ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਦਿਨ ਬਾਬਾ ਸ਼੍ਰੀ ਚੰਦ ਜੀ ਨੇ ਸੰਗਤਾਂ ਪ੍ਰਤੀ ਦੱਸਿਆ ਕਿ ਬੰਦਾ ਦੁਨੀਆ ਵਿੱਚ ਆ ਕੇ ਰੱਬ ਨੂੰ ਭੁੱਲ ਜਾਂਦਾ ਹੈ। ਜਦੋਂ ਮਾਤਾ ਦੇ ਗਰਭ ਵਿੱਚ ਪੁੱਠਾ ਲਟਕਿਆ ਹੁੰਦਾ ਹੈ, ਉਸ ਵੇਲੇ ਪਰਮਾਤਮਾ ਅੱਗੇ ਬੜੀ ਜੋਦੜੀ ਕਰਦਾ ਹੈ ਕਿ ਹੇ ਵਾਹਿਗੁਰੂ, ਮੈਨੂੰ ਇੱਥੋਂ ਕੱਢ ਲੈ, ਮੈਂ ਤੇਰੀ ਕੀਤੀ ਕਦੇ ਵੀ ਨਹੀਂ ਭੁੱਲਾਂਗਾ। ਪਰ ਜਨਮ ਲੈਣ ਤੋਂ ਬਾਅਦ ਦੁਨੀਆ ਦੇ ਪਦਾਰਥਾਂ ਨਾਲ ਮੋਹ ਲਾ ਲੈਂਦਾ ਹੈ ਤੇ ਰੱਬ ਅੱਗੇ ਕੀਤੀ ਹੋਈ ਪ੍ਰਾਰਥਨਾ ਉੱਕਾ ਹੀ ਭੁੱਲ ਜਾਂਦਾ ਹੈ ਤੇ ਉਸ ਪਰਮਾਤਮਾ ਨੂੰ ਦਿਲੋਂ ਭੁਲਾ ਦਿੰਦਾ ਹੈ। ਜਦੋਂ ਮਰ ਕੇ ਰੱਬ ਕੋਲ ਜਾਂਦਾ ਹੈ ਤਾਂ ਧਰਮਰਾਜ ਪੁੱਛਦਾ ਹੈ ਕਿ ਹੇ ਬੰਦੇ, ਤੈਨੂੰ ਰੱਬ ਨੇ ਕਿਹੜੇ ਕੰਮ ਭੇਜਿਆ ਸੀ? ਮਨੁੱਖਾ ਜਨਮ ਦੇ ਕੇ ਤੈਨੂੰ ਜਨਮ ਦਿੱਤਾ ਸੀ ਕਿ ਦੁਨੀਆ ਵਿੱਚ ਜਾ ਕੇ ਭਜਨ ਬੰਦਗੀ ਤੇ ਦਾਨ ਪੁੰਨ ਕਰਕੇ ਆਪਣਾ ਜੀਵਨ ਸਫਲਾ ਕਰ ਲੈ ਤਾਂ ਕਿ ਤੂੰ ਮੁਕਤ ਹੋ ਸਕੇ। ਪਰ ਤੂੰ ਪ੍ਰਾਰਥਨਾ ਕਰਨ ਦੀ ਬਜਾਏ ਦੁਨਿਆਵੀ ਸੁੱਖਾਂ ਵਿੱਚ ਗਵਾਚ ਗਿਆ। ਆਪਣੇ ਸਾਰੇ ਕੀਤੇ ਕੌਲ ਇਕਰਾਰ ਭੁਲਾ ਦਿੱਤੇ। ਨਾ ਹੀ ਤੂੰ ਕੋਈ ਨਾਮ ਜਪਿਆ ਹੈ, ਨਾ ਹੀ ਕੋਈ ਦਾਨ ਪੁੰਨ ਕੀਤਾ ਹੈ ਅਤੇ ਨਾ ਹੀ ਕਿਸੇ ਦੁਖੀਏ ਦੀ ਸੇਵਾ ਕੀਤੀ ਹੈ, ਬਲਕਿ ਜੋ ਕੁਝ ਪਿਛਲੀ ਕਮਾਈ ਤੂੰ ਕੀਤੀ ਸੀ ਉਹ ਵੀ ਰੋੜ ਆਇਆ ਹੈ। ਠੱਗੀਆਂ ਦੇ ਰੂਪ ਵਿੱਚ ਧਨ ਦੌਲਤ ਇਕੱਠੀ ਕਰਦਾ ਰਿਹਾ ਹੈ। ਉਸ ਸਾਈਂ ਨੂੰ ਉੱਕਾ ਹੀ ਭੁਲਾ ਦਿੱਤਾ ਹੈ। ਗਲੀ ਗੁਆਂਢ ਵਿੱਚ ਕਿਸੇ ਦੀ ਵੀ ਕਦੇ ਮਦਦ ਨਹੀਂ ਕੀਤੀ, ਕਦੇ ਕਿਸੇ ਸਾਧੂ ਸੰਤ ਦੀ ਕੋਈ ਸੇਵਾ ਨਹੀਂ ਕੀਤੀ, ਕਦੇ ਵੀ ਕਿਸੇ ਸਤਸੰਗ ਵਿੱਚ ਹਾਜ਼ਰੀ ਨਹੀਂ ਭਰੀ। ਇਸਤਰੀ ਪੁੱਤਰ ਦੇ ਮੋਹ ਵਿੱਚ ਹੀ ਲੱਗਾ ਰਿਹਾ। ਉਹ ਇਨਸਾਨ ਕਦੇ ਸੁੱਖ ਨਹੀਂ ਪਾਉਂਦਾ, ਸਗੋਂ ਨਰਕ ਦੀਆਂ ਗਲੀਆਂ ਦੇ ਰਸਤੇ ਹੀ ਟਟੋਲ ਲੈਂਦਾ ਹੈ। ਗੌੜੀ ਮਹੱਲਾ ਪੰਜਵਾਂ। ਦੁਰਲਭ ਦੇ ਪਾਈ ਵਡ ਭਾਗੀ, ਨਾਮ ਨਾ ਜਪੇ ਤੇ ਆਤਮ ਘਾਤੀ। ਮਰ ਨਾ ਜਾਹੀ ਜਿਨਾ ਬਿਸਰਤ ਰਾਮ, ਨਾਮ ਬੇਹੋਣ ਜੀਵਨ ਕੌਣ ਕਾਮ। ਇਸ ਪ੍ਰਕਾਰ ਦੇ ਬਚਨ ਸੁਣ ਕੇ ਕਈ ਸਤਸੰਗੀ ਰੋ ਪਏ ਤੇ ਮਹਾਰਾਜ ਜੀ ਦੇ ਚਰਨੀ ਪੈ ਕੇ ਪ੍ਰਾਰਥਨਾ ਕਰਨ ਲੱਗੇ, ਮਹਾਰਾਜ ਸਾਡੀ ਕਲਿਆਣ ਦਾ ਰਸਤਾ ਦੱਸੋ। ਤਾਂ ਬਾਬਾ ਸ਼੍ਰੀ ਚੰਦ ਜੀ ਨੇ ਫਰਮਾਇਆ, ਭਾਈ ਸਤਸੰਗੀਓ, ਅਸੀਂ ਤੁਹਾਨੂੰ ਇਹ ਨਹੀਂ ਕਹਿੰਦੇ ਕਿ ਗ੍ਰਸਥ ਦੇ ਕੰਮਕਾਰ ਛੱਡ ਦਿਓ। ਦੁਨੀਆ ਦੇ ਸਭ ਕੰਮਕਾਰ ਕਰੋ, ਪਰ ਓਪਰੇ ਮਨ ਨਾਲ ਕਰੋ। ਤੁਹਾਡੇ ਅੰਦਰ ਈਸ਼ਵਰ ਦਾ ਡਰ ਹੋਣਾ ਚਾਹੀਦਾ ਹੈ। ਕਿਸੇ ਕੋਲੋਂ ਅਨਿਆਏ ਨਾਲ ਧਨ ਪ੍ਰਾਪਤ ਕਰਨ ਦਾ ਯਤਨ ਨਾ ਕਰੋ। ਫਿਰ ਬਾਬਾ ਸ਼੍ਰੀ ਚੰਦ ਜੀ ਨੇ ਇੱਕ ਸਾਖੀ ਸੁਣਾਈ। ਇੱਕ ਮੁਸਾਫਿਰ ਤੁਰਿਆ ਜਾ ਰਿਹਾ ਸੀ। ਉਸ ਨੂੰ ਭੁੱਖ ਤੇ ਪਿਆਸ ਲੱਗੀ ਹੋਈ ਸੀ। ਇੱਕ ਨਹਿਰ ਦੇ ਕੰਢੇ ਤੇ ਬੈਠ ਕੇ ਉਸਨੇ ਜਲ ਪੀਤਾ ਅਤੇ ਇੱਕ ਸੇਬ ਦਾ ਫਲ ਜੋ ਰੁੜਦਾ ਆਉਂਦਾ ਸੀ ਉਸ ਨੂੰ ਫੜ ਕੇ ਖਾ ਲਿਆ। ਭੁੱਖ ਮੱਠੀ ਕਰ ਲਈ ਤੇ ਥਕਾਵਟ ਮਿਟਾਉਣ ਵਾਸਤੇ ਇੱਕ ਦਰਖਤ ਦੇ ਹੇਠਾਂ ਲੇਟ ਗਿਆ। ਜਦੋਂ ਜਾਗਿਆ ਤਾਂ ਸੋਚ ਆਈ ਕਿ ਮੈਂ ਜੋ ਇਹ ਸੇਬ ਖਾਧਾ ਹੈ ਇਹ ਅਨਿਆਏ ਹੈ, ਮੁੱਲ ਤਾਰ ਕੇ ਨਹੀਂ ਸੀ ਖਰੀਦਿਆ। ਮੈਨੂੰ ਇਸ ਦਾ ਬਦਲਾ ਇੱਥੇ ਹੀ ਦੇਣਾ ਚਾਹੀਦਾ ਹੈ। ਮਤਾਂ ਪ੍ਰਲੋਕ ਵਿੱਚ ਧਰਮ ਰਾਏ ਇਸ ਦੀ ਸਜ਼ਾ ਨਾ ਦੇਵੇ। ਇਹ ਵਿਚਾਰ ਕੇ ਜਿੱਧਰੋਂ ਸੇਬ ਦਾ ਫਲ ਰੁੜਦਾ ਆਇਆ ਸੀ ਉਸ ਦੇ ਮਾਲਕ ਨੂੰ ਇਸ ਦਾ ਮੁੱਲ ਤਾਰਨਾ ਚਾਹੀਦਾ ਹੈ। ਅੱਗੇ ਬਾਗ ਆ ਗਿਆ ਤਾਂ ਮਾਲੀ ਨੂੰ ਕਹਿਣ ਲੱਗਾ, ਤੇਰਾ ਸੇਬ ਰੁੜਿਆ ਜਾਂਦਾ ਸੀ, ਮੈਂ ਫੜ ਕੇ ਖਾ ਲਿਆ ਹੈ, ਉਸ ਦਾ ਮੁੱਲ ਲੈ ਲਵੋ। ਮਾਲੀ ਨੇ ਆਖਿਆ, ਇਸ ਬਾਗ ਦਾ ਮਾਲਕ ਇੱਥੋਂ 3 ਮੀਲ ਦੂਰ ਕਿਸੇ ਪਿੰਡ ਵਿੱਚ ਰਹਿੰਦਾ ਹੈ, ਉਸ ਨੂੰ ਜਾ ਕੇ ਤੁਸੀਂ ਇਸ ਦਾ ਮੁੱਲ ਦੇ ਦਿਓ। ਮੈਂ ਤਾਂ ਬਾਗ ਦਾ ਰਾਖਾ ਹਾਂ। ਮੁਸਾਫਿਰ ਉਸ ਪਿੰਡ ਵੱਲ ਤੁਰ ਪਿਆ। ਜਦੋਂ ਉਸ ਪਿੰਡ ਵਿੱਚ ਪੁੱਜਾ ਤਾਂ ਪਤਾ ਲੱਗਾ ਕਿ ਮਾਲਕ 10 ਮੀਲ ਹੋਰ ਅੱਗੇ ਗਿਆ ਹੈ, ਪਤਾ ਨਹੀਂ ਕਦੋਂ ਮੁੜੇਗਾ। ਉਹ ਮੁਸਾਫਿਰ ਤੁਰਦਾ ਹੋਇਆ ਉੱਥੇ ਪਹੁੰਚ ਗਿਆ ਅਤੇ ਮਾਲਕ ਨੂੰ ਜਾ ਕੇ ਦੱਸਿਆ ਕਿ ਮੈਂ ਫਲਾਣੀ ਥਾਂ ਤੋਂ ਆਇਆ ਹਾਂ। ਮੈਂ ਉੱਥੋਂ ਇੱਕ ਸੇਬ ਨਹਿਰ ਵਿੱਚ ਰੁੜਦਾ ਹੋਇਆ ਫੜ ਕੇ ਖਾ ਲਿਆ ਸੀ
ਜੋ ਬਿਲਕੁਲ ਅਨਿਆਏ ਹੈ। ਮੈਂ ਉਸ ਦਾ ਮੁੱਲ ਦੇਣਾ ਚਾਹੁੰਦਾ ਹਾਂ। ਉਹ ਤੁਸੀਂ ਮੇਰੇ ਕੋਲੋਂ ਲੈ ਲਵੋ ਤਾਂ ਕਿ ਪਰਲੋਕ ਵਿੱਚ ਇਸ ਦੀ ਸਜ਼ਾ ਤੋਂ ਬਚ ਜਾਵਾਂ। ਮਾਲਕ ਸੁਣ ਕੇ ਬੜਾ ਹੈਰਾਨ ਹੋਇਆ ਕਿ ਐਸਾ ਪ੍ਰੇਮੀ ਪੁਰਸ਼ ਮਿਲਣਾ ਬਹੁਤ ਔਖਾ ਹੈ। ਮੇਰੀ ਮਰਜ਼ੀ ਹੈ ਕਿ ਮੈਂ ਇਸ ਨਾਲ ਆਪਣੀ ਲੜਕੀ ਦਾ ਵਿਆਹ ਕਰ ਦਿਆਂ ਤੇ ਆਪਣੇ ਕੰਮਕਾਰ ਵਿੱਚ ਹਿੱਸੇਦਾਰ ਰੱਖ ਲਵਾਂ। ਇਹ ਵਿਚਾਰ ਕੇ ਕਹਿਣ ਲੱਗਾ, ਉਹ ਬਾਗ ਮੇਰੀ ਪਤਨੀ ਦੇ ਪੇਕਿਆਂ ਵੱਲੋਂ ਮਿਲਿਆ ਹੋਇਆ ਹੈ। ਮੈਂ ਉਸ ਤੋਂ ਪੁੱਛ ਕੇ ਸੇਬ ਦਾ ਮੁੱਲ ਲੈ ਲਵਾਂਗਾ। ਚਲੋ ਪਿੰਡ ਵਾਪਸ ਚਲੀਏ। ਦੂਜੇ ਦਿਨ ਉਹ ਆਪਣੇ ਪਿੰਡ ਪਹੁੰਚੇ। ਉਸਨੇ ਜਾ ਕੇ ਆਪਣੀ ਪਤਨੀ ਨਾਲ ਸਲਾਹ ਕੀਤੀ ਕਿ ਐਸਾ ਧਰਮੀ ਪੁਰਸ਼ ਲੱਭਣਾ ਬੜਾ ਮੁਸ਼ਕਲ ਹੈ। ਸਾਡਾ ਕੋਈ ਪੁੱਤਰ ਵੀ ਨਹੀਂ ਹੈ। ਇਸ ਨੂੰ ਧੀ ਦੇ ਕੇ ਪੁੱਤਰ ਬਣਾ ਲਈਏ। ਘਰ ਜਾ ਕੇ ਆਪਣੀ ਘਰਵਾਲੀ ਨੂੰ ਇਹ ਮੁੰਡਾ ਵਿਖਾਇਆ। ਉਸ ਦੀ ਘਰਵਾਲੀ ਨੇ ਮੁਸਾਫਿਰ ਨੂੰ ਦੱਸਿਆ ਕਿ ਮੈਂ ਇਹ ਬਾਗ ਆਪਣੀ ਧੀ ਨੂੰ ਦੇਣ ਦਾ ਵਿਚਾਰ ਕੀਤਾ ਹੋਇਆ ਹੈ। ਜੇ ਤੂੰ ਮੇਰੀ ਧੀ ਨੂੰ ਵਿਆਹ ਲਵੇਂ ਤਾਂ ਸੇਬ ਦਾ ਮੁੱਲ ਆ ਸਕਦਾ ਹੈ, ਪਰ ਮੇਰੀ ਧੀ ਅੱਖਾਂ ਤੋਂ ਅੰਨ੍ਹੀ ਹੈ, ਲੂਲੀ ਹੈ ਅਤੇ ਬੋਲੀ ਹੈ। ਕੀ ਤੈਨੂੰ ਕਬੂਲ ਹੈ? ਇਹ ਸੁਣ ਕੇ ਉਹ ਭਲਾ ਲੋਕ ਬਹੁਤ ਘਬਰਾ ਗਿਆ ਅਤੇ ਦਿਲ ਵਿੱਚ ਪਛਤਾਇਆ ਕਿ ਜੇ ਮੈਂ ਸੇਬ ਨਾ ਖਾਂਦਾ ਤਾਂ ਹੀ ਚੰਗਾ ਸੀ। ਪਰ ਪਰਲੋਕ ਦੀ ਸਜ਼ਾ ਤੋਂ ਛੁਟਕਾਰਾ ਪਾਉਣ ਲਈ ਮੈਨੂੰ ਵਿਆਹ ਕਬੂਲ ਕਰ ਲੈਣਾ ਚਾਹੀਦਾ ਹੈ। ਇਹ ਸੋਚ ਕੇ ਉਸਨੇ ਹਾਂ ਕਰ ਦਿੱਤੀ। ਵਿਆਹ ਹੋ ਗਿਆ। ਜਦ ਵਹੁਟੀ ਦਾ ਸਰੂਪ ਵੇਖਿਆ ਤਾਂ ਉਹ ਬੜੀ ਸੁੰਦਰ ਸੀ। ਉਸਦੇ ਸਭ ਅੰਗ ਪੂਰੇ ਸਨ। ਇਹ ਵੇਖ ਕੇ ਉਹ ਰੋ ਪਿਆ। ਉਸਦੇ ਸਹੁਰੇ ਨੇ ਸਮਝਾਇਆ, ਹੇ ਭਲੇ ਲੋਕ, ਇਹ ਤੇਰੀ ਨੇਕ ਨੀਤੀ ਦਾ ਹੀ ਫਲ ਹੈ ਜੋ ਤੈਨੂੰ ਐਸੀ ਇਸਤਰੀ ਪ੍ਰਾਪਤ ਹੋਈ ਹੈ। ਅਸਾਂ ਤੈਨੂੰ ਆਖਿਆ ਸੀ ਕਿ ਲੜਕੀ ਅੰਨ੍ਹੀ ਹੈ। ਇਸ ਦਾ ਮਤਲਬ ਹੈ ਇਸਨੇ ਕਦੇ ਕਿਸੇ ਪਰਾਏ ਮਰਦ ਵੱਲ ਨਹੀਂ ਵੇਖਿਆ। ਬੋਲੀ ਇਸ ਲਈ ਕਿਹਾ ਸੀ ਕਿ ਇਸਨੇ ਕਦੇ ਕਿਸੇ ਦੀ ਉਸਤਤ ਨਿੰਦਿਆ ਨਹੀਂ ਕੀਤੀ ਤੇ ਨਾ ਹੀ ਕਦੇ ਸੁਣੀ ਹੈ। ਲੂਲੀ ਇਸ ਲਈ ਕਿਹਾ ਸੀ ਕਿ ਅੱਜ ਤੱਕ ਇਸਨੇ ਕਦੇ ਖੋਟੇ ਪਾਸੇ ਕਦਮ ਨਹੀਂ ਚੁੱਕਿਆ। ਰਾਤ ਨੂੰ ਉਸ ਨੂੰ ਸੁਪਨੇ ਵਿੱਚ ਇੱਕ ਸਾਧੂ ਮਹਾਤਮਾ ਦੇ ਦਰਸ਼ਨ ਹੋਏ। ਉਸ ਬਜ਼ੁਰਗ ਨੇ ਕਿਹਾ, ਇਹ ਤੇਰੀ ਸ਼ੁਭ ਭਾਵਨਾ ਦਾ ਫਲ ਹੈ ਕਿ ਤੈਨੂੰ ਐਸੀ ਨੇਕ ਇਸਤਰੀ ਮਿਲੀ ਹੈ। ਸੋ ਇਸੇ ਨੇਕ ਨੀਅਤ ਨਾਲ ਦੁਨੀਆ ਦੇ ਸਭ ਕਾਜ ਕਰੀ ਜਾ। ਤੇਰੀ ਨੇਕ ਕਮਾਈ ਨਾਲ ਤੇਰਾ ਜੀਵਨ ਸਵਰਗ ਬਣੇਗਾ। ਲੋੜਵੰਦਾਂ ਦੀ ਸਦਾ ਮਦਦ ਕਰਦੇ ਰਹਿਣਾ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਆਪਣਾ ਆਪ ਬਚਾਉਣਾ ਤੇ ਸਦਾ ਨੇਕੀ ਹੀ ਕਰਨੀ ਹੈ। ਬਾਬਾ ਸ਼੍ਰੀ ਚੰਦ ਜੀ ਨੇ ਇਹ ਸਾਖੀ ਸੁਣਾ ਕੇ ਸਤ ਸੰਗੀਆਂ ਨੂੰ ਦੱਸਿਆ ਕਿ ਸ਼ੁਭ ਕਰਮਾਂ ਦਾ ਫਲ ਹਮੇਸ਼ਾ ਸ਼ੁਭ ਹੁੰਦਾ ਹੈ। ਸੋ ਤੁਸੀਂ ਗ੍ਰਸਥ ਵਿੱਚ ਰਹਿੰਦੇ ਹੋਏ ਪੰਜਾਂ ਵਿਕਾਰਾਂ ਤੋਂ ਹਮੇਸ਼ਾ ਆਪਣਾ ਆਪ ਬਚਾਉਣਾ ਹੈ। ਕੋਈ ਪੁਰਸ਼ ਚਾਹੇ ਗ੍ਰਸਤੀ ਹੋਵੇ ਭਾਵੇਂ ਤਿਆਗੀ ਹੋਵੇ, ਜਿਸ ਪੁਰਸ਼ ਨੂੰ ਰਾਮ ਨਾਮ ਦਾ ਸਿਮਰਨ ਨਹੀਂ ਵਿਸਰਦਾ, ਸਵਾਸ ਸਵਾਸ ਰੱਬ ਨੂੰ ਯਾਦ ਰੱਖਦਾ ਹੈ, ਉਹ ਹੀ ਪੂਰਨ ਸੰਤ ਹੈ। ਜਿਸ ਦੇ ਮਨ ਤੇ ਜੇਵਾ ਤੇ ਸੱਚੇ ਨਾਮ ਦਾ ਹਰ ਵਕਤ ਜਾਪ ਹੋਵੇ, ਸਭ ਖਲਕਤ ਵਿੱਚ ਰੱਬ ਦੀ ਪੂਰਤੀ ਵੇਖਦਾ ਹੈ, ਨਾ ਕਿਸੇ ਨੂੰ ਮਿੱਤਰ ਜਾਣ ਕੇ ਮੋਹ ਕਰਦਾ ਹੈ ਅਤੇ ਨਾ ਕਿਸੇ ਨੂੰ ਦੁਸ਼ਮਣ ਜਾਣ ਕੇ ਵੈਰ ਭਾਵ ਕਰਦਾ ਹੈ, ਉਹ ਹੀ ਅਸਲੀ ਸੰਤ ਹੈ। ਸਾਈਂ ਦੇ ਦਿੱਤੇ ਵਿੱਚ ਸੰਤੋਖ ਰੱਖਦਾ ਹੈ, ਆਪਣੇ ਅੰਦਰੋਂ ਮੋਹ ਦਾ ਤਿਆਗ ਕਰਦਾ ਹੈ। ਹਰ ਪ੍ਰਕਾਰ ਦੀ ਚਾਹ ਉਸਨੇ ਮਨੋਂ ਤਿਆਗ ਛੱਡੀ ਹੈ। ਪਿੰਡ ਸ਼ਹਿਰ ਵਿੱਚ ਰਹਿੰਦਾ ਹੋਇਆ ਵੀ ਜੰਗਲ ਸਮਾਨ ਸਮਝ ਕੇ ਉਦਾਸ ਰਹਿੰਦਾ ਹੈ। ਐਸਾ ਭਗਤ ਸੰਤ ਸਮਾਨ ਹੈ। ਆਸਾ ਮਹੱਲਾ ਪੰਜਵਾਂ। ਆਠ ਪਹਿਰ ਨਿਕਟ ਕਰ ਜਾਨੈ, ਪ੍ਰਭ ਕਾ ਕੀਆ ਮੀਠਾ ਮਾਨੈ। ਏਕ ਨਾਮ ਸੰਤਨ ਆਧਾਰ, ਹੋਏ ਰਹੈ ਸਭ ਕੀ ਪਗ ਛਾਰ। ਸੰਤ ਰਹਿਤ ਸੁਨੋ ਮੇਰੇ ਭਾਈ, ओआ की महिमा कथन ना जाई। रहाओ वर्तन जाकै केवल नाम, आनंद रूप कीर्तन विश्राम। मित्र सतर जाकै एक समानै, प्रभ अपने बिन अवर ना जानै।
ਕੋਟ ਕੋਟ ਅਘ ਕਾਟਣ ਹਾਰਾ, ਦੁਖ ਦੂਰ ਕਰਨ ਜੀ ਕੇ ਦਾਤਾਰਾ। सूरबीर बचन के बली, कौला बपरी संति छली। ताका संग बाछे सुरदेव, अमोघ दरस सफल जा की सेव। कर जोड़ नानक करे अरदास, मोहे संतै टहल दीजै गुणतास। होइयां भुल्लां चुकां दी खेमा बख्शणी जी। दास नूं आग्या दिओ। वाहिगुरू जी का खालसा, वाहिगुरू जी की फतेह।